आओ सुनिए प्यार नाल सारी संगत आखो सतनाम श्री वाहिगुरु साहिब जी। सतनाम श्री वाहिगुरु साहिब जी। सवैया तोही लोकोप कीओ मुसली। ਜਦੋਂ ਖੜਗ ਸਿੰਘ ਜੰਗ ਵਿੱਚ ਸ਼ਹੀਦ ਹੋ ਗਿਆ, ਉਹਦਾ ਸਰੀਰ ਸ਼ਾਂਤ ਹੋ ਗਿਆ, ਉਹ ਦੇਵਲੋਕ ਨੂੰ ਸੱਚਖੰਡ ਨੂੰ ਚਲਾ ਗਿਆ, ਤਾਂ ਭਗਵਾਨ ਕ੍ਰਿਸ਼ਨ ਜੀ ਦਾ ਵੱਡਾ ਭਰਾ ਮੁਸਲੀ, ਜਿਸ ਦਾ ਨਾਮ ਬਲਰਾਮ ਵੀ ਇਤਿਹਾਸ ਵਿੱਚ ਜ਼ਿਆਦਾ ਬਲਰਾਮ ਪ੍ਰਸਿੱਧ ਹੈ, ਪਰ ਉਹਦੇ ਹੋਰ ਵੀ ਬੜੇ ਨਾਮ ਹਨ। ਉਹਨੂੰ ਮੁਸਲੀ ਵੀ ਕਹਿੰਦੇ ਨੇ ਕਿਉਂਕਿ ਉਹ ਮੂਸਲ ਰੱਖਦਾ ਸੀ, ਮੂਸਲ ਨਾਲ ਦੁਸ਼ਮਣਾਂ ਨੂੰ ਮਾਰਦਾ ਸੀ। ਉਹਨੂੰ ਹਲ ਧਰ ਵੀ ਕਹਿੰਦੇ ਨੇ ਕਿਉਂਕਿ ਹਲ ਵੀ ਆਪਣੇ ਮੋਢੇ ਤੇ ਰੱਖਦਾ ਸੀ। ਆ ਜਿਹੜਾ ਹਲ ਵਾਹਣ ਵਾਲਾ ਹੁੰਦਾ ਖੇਤਾਂ ਵਿੱਚ, ਇਹ ਉਹਦਾ ਹਥਿਆਰ ਸੀਗਾ, ਜਿਹਦੇ ਗਲ 'ਚ ਪਾ ਲੈਂਦਾ ਸੀ ਹਲ ਦੇ ਨਾਲ ਖਿੱਚ ਕੇ ਮਾਰ ਦਿੰਦਾ ਸੀਗਾ। ਤੇ ਖਿੱਚ ਕੇ ਮਾਰਨ ਕਰਕੇ ਉਹਨੂੰ ਸੰਕਰਖਣ ਵੀ ਕਹਿੰਦੇ ਸੀ। ਕਹਿੰਦੇ ਜਦੋਂ ਮੁਸਲੀ ਨੇ ਬਲਰਾਮ ਨੇ ਦੇਖਿਆ ਵੀ ਖੜਗ ਸਿੰਘ ਮਾਰਿਆ ਗਿਆ, ਉਹਦੀ ਫੌਜ ਨੂੰ ਭਜਾਉਣ ਵਾਸਤੇ ਮਾਰਨ ਵਾਸਤੇ ਮੁਸਲੀ ਗੁੱਸੇ 'ਚ ਆ ਗਿਆ। ਹਰ ਵੀਰ ਤਵੈ ਸੰਗ ਤੀਰ ਪ੍ਰਹਾਰੇ। ਉਹਨੇ ਤੀਰਾਂ ਦੀ ਵਰਖਾ ਕਰ ਦਿੱਤੀ ਔਰ ਖੜਗ ਸਿੰਘ ਦੇ ਸਾਥੀ ਜਿੰਨੇ ਵੀ ਸਨ ਮੁਸਲੀ ਨੇ ਤੀਰਾਂ ਨਾਲ ਮਾਰ ਦਿੱਤੇ। ਐ ਚਲੀਏ ਇੱਕ ਵਾਰ ਹੀ ਵੈਰਨ। ਤੇ ਕਈਆਂ ਨੂੰ ਆਪਣਾ ਹਲ ਗਲ 'ਚ ਪਾ ਕੇ ਨਾ ਖਿੱਚ ਲੈਂਦਾ ਹੈ। ਸੰਕਰਖਣ ਇਸੇ ਕਰਕੇ ਉਹਨੂੰ ਕਹਿੰਦੇ ਖਿੱਚ ਲੈਂਦੇ। ਸੰਕਰਖਣ ਅੱਗੇ ਚੱਲ ਕੇ ਮਹਾਰਾਜ ਨੇ ਨਾਮ ਵਰਤਿਆ, ਉੱਥੇ ਦਾ ਅਰਥ ਕਰਾਂਗੇ। ਸੋ ਕਹਿੰਦੇ ਵੈਰੀਆਂ ਨੂੰ ਏਦਾਂ ਖਿੱਚ ਖਿੱਚ ਕੇ ਮਾਰਦਾ ਹੈ। ਪ੍ਰਾਨ ਬਿਨਾ ਕਰ ਭੂਪਰ ਡਾਰੇ। ਬੜੇ ਬੜੇ ਸੂਰਮਿਆਂ ਨੂੰ ਪ੍ਰਾਣਹੀਣ ਕਰਕੇ ਭਾਵ ਉਹਨਾਂ ਨੂੰ ਮਾਰ ਕੇ ਧਰਤੀ ਤੇ ਸਿੱਟ ਦਿੱਤਾ ਹੈ। ਇੱਕ ਬਲੀ ਗਏ ਹੱਥਨ ਸੋ। ਇੱਕ ਬਲੀ ਯੋਧਿਆਂ ਨੂੰ ਹੱਥਾਂ ਨਾਲ ਹੀ ਫੜ ਫੜ ਕੇ ਮਾਰਿਆ ਹੈ। ਚਿਤ ਪੈ ਕਰ ਕੋਪ ਫਿਰਾਏ ਪਛਾਰੇ। ਕਹਿੰਦੇ ਧਰਤੀ ਤੇ ਪਟਕਾਰ ਕੇ ਮਾਰਦਾ, ਸਿਰ ਫੇਰ ਦਿੰਦਾ ਹੈ। ਐਡਾ ਬਲੀ ਹੈ ਬਲਰਾਮ। ਜੀਵਤ ਜੋ ਬਚੇ ਬਲ ਤੇ। ਜਿਹੜੇ ਕੋਈ ਭੱਜ ਕੇ ਬਲ ਕਰਕੇ ਬਚੇ ਹਨ। ਰਨ ਤਿਆਗ ਸੋ ਨ੍ਰਿਪ ਤੀਰ ਸਿਧਾਰੇ। ਉਹ ਕਹਿੰਦੇ ਮੈਦਾਨੇ ਜੰਗ ਚੋਂ ਦੌੜ ਕੇ ਮੈਦਾਨੇ ਜੰਗ ਨੂੰ ਛੱਡ ਕੇ ਰਾਜਾ ਜਰਾਸੰਧ ਕੋਲ ਜਾ ਪਹੁੰਚੇ। ਰਾਜਾ ਜਰਾਸੰਧ ਦੇ ਸਾਰੀ ਫੌਜ ਦਾ ਵੱਡਾ ਬਾਦਸ਼ਾਹ ਰਾਜਾ ਹੈ, ਜਿਹੜਾ ਇਸ ਲੜਾਈ ਦਾ ਮੁੱਢ ਹੈ। ਖੜਗ ਸਿੰਘ ਦਾ ਉਹਦਾ ਅਗਲਾ ਯੋਧਾ ਸੀਗਾ, ਪਰ ਜਰਾਸੰਧ ਪਿੱਛੇ ਖੜਾ। ਉਹਦੇ ਕੋਲ ਜਾ ਕੇ ਬਚੇ ਹੋਏ ਸਿਪਾਹੀ ਦੱਸਦੇ ਹਨ। ਚੌਪਈ ਜਰਾਸੰਧ ਪੈ ਜਾਏ ਪੁਕਾਰੇ। ਜਾ ਕੇ ਜਰਾਸੰਧ ਕੋਲ ਪੁਕਾਰ ਕੀਤੀ ਹੈ, ਸਿਪਾਹੀਆਂ ਨੇ ਦੱਸਿਆ ਹੈ। ਖੜਗ ਸਿੰਘ ਰਨ ਭੀਤਰ ਮਾਰੇ। ਰਾਜਾ ਜੀ ਬੜੇ ਦੁੱਖ ਦੀ ਖਬਰ ਆਈ ਹੈ, ਸਾਡਾ ਮਹਾਯੋਧਾ ਜਰਨੈਲ ਖੜਗ ਸਿੰਘ ਮਾਰਿਆ ਗਿਆ ਹੈ ਜੰਗ ਦੇ ਮੈਦਾਨ ਵਿੱਚ। ਇਉਂ ਸੁਣ ਕੇ ਤਿਨ ਕੇ ਮੁਖ ਬੈਨਾ। ਜਰਾਸੰਧ ਨੇ ਆਪਣੀ ਫੌਜ ਕੋਲੋਂ ਖੜਗ ਸਿੰਘ ਦੀ ਮੌਤ ਦੀ ਖਬਰ ਸੁਣੀ ਜਦੋਂ ਰਿਸਕੇ ਸੰਗ ਅਰਨ ਭੈ ਨੈਣਾ। ਕਹਿੰਦੇ ਜਰਾਸੰਧ ਦਾ ਗੁੱਸਾ ਹੋਰ ਵੱਧ ਗਿਆ, ਘਬਰਾਇਆ ਨਹੀਂ। ਦੇਖੋ ਅੱਜ ਕੱਲ ਤੇ ਇਹੋ ਜਿਹੀ ਖਬਰ ਆਵੇ ਵੀ ਸਾਡਾ ਇੱਕ ਬੰਦਾ ਮਾਰਿਆ ਗਿਆ ਤੇ ਸਾਰਾ ਲਾਉ ਲਸ਼ਕਰ ਹੀ ਘਬਰਾ ਜਾਂਦਾ ਵੀ ਹੁਣ ਕੀ ਬਣੇਗਾ। ਤੇ ਉਹ ਕਹਿੰਦੇ ਰਾਜਾ ਗੁੱਸੇ 'ਚ ਲਾਲ ਅੱਖਾਂ ਕਰਕੇ ਤਿਆਰ ਹੋ ਗਿਆ। ਹਾਂਜੀ, ਆਪਣੇ ਮੰਤਰੀ ਸਭਾ ਬੁਲਾਏ। ਗੁੱਸੇ 'ਚ ਆ ਕੇ ਜਰਾਸੰਧ ਨੇ ਆਪਣੇ ਸਾਰੇ ਮੰਤਰੀ ਸੱਦ ਲਏ। ਤਿੰਨ ਪ੍ਰਤ ਭੂਪਤ ਬਚਨ ਸੁਣਾਏ। ਰਾਜਾ ਜਰਾਸੰਧ ਆਪਣੇ ਯੋਧਿਆਂ ਨੂੰ, ਆਪਣੇ ਮੰਤਰੀਆਂ ਨੂੰ, ਆਪਣੇ ਵਿਚਾਰਵਾਨਾਂ ਨੂੰ ਕਹਿਣ ਲੱਗਾ, ਖੜਗ ਸਿੰਘ ਜੂਝੇ ਰਨ ਮਾਹੀ। ਬਈ ਬੜੀ ਵੱਡੀ ਖਬਰ ਆਈ ਹੈ ਦੁੱਖ ਦੀ ਕਿ ਆਪਣੇ ਮਹਾਬਲੀ ਯੋਧੇ ਸੂਰਬੀਰ ਖੜਗ ਸਿੰਘ ਜੀ ਜੰਗ ਦੇ ਮੈਦਾਨ 'ਚ ਜੂਝ ਗਏ ਹਨ, ਸ਼ਹੀਦ ਹੋ ਗਏ ਹਨ। ਉਹਨਾਂ ਦੀ ਮੌਤ ਦੀ ਖਬਰ ਆਈ ਹੈ। ਔਰ ਸੁਭਟ ਕੋ ਤੇ ਸਮ ਨਹੀਂ। ਉਹਦੇ ਬਰਾਬਰ ਦਾ ਆਪਣੇ ਕੋਲ ਹੋਰ ਯੋਧਾ ਕੋਈ ਨਹੀਂ। ਇਹੋ ਜਿਹਾ ਸੂਰਮਾ ਮਹਾਬਲੀ ਮਹਾਰਥੀ ਅਤਰਥੀਆਂ ਦਾ ਵੀ ਅਤਰਥੀ ਸੀਗਾ, ਉਹ ਜੰਗ 'ਚ ਜੂਝ ਗਿਆ ਹੈ। ਉਹਦੇ ਵਰਗਾ ਮੈਨੂੰ ਸੂਰਮਾ ਹੁਣ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਵਿੱਚ। ਹਾਂਜੀ, ਖੜਗ ਸਿੰਘ ਸੋ ਸੂਰੋ ਨਹੀਂ। ਖੜਗ ਸਿੰਘ ਵਰਗਾ ਸੂਰਮਾ ਕੋਈ ਨਹੀਂ। ਇਹ ਜਰਾਸੰਧ ਤਾਰੀਫ ਕਰ ਰਿਹਾ, ਗੁਰੂ ਸਾਹਿਬ 10ਵੇਂ ਪਾਤਸ਼ਾਹ ਕਰ ਰਹੇ ਆ ਕਿ ਵੱਖਰੇ ਵੱਖਰੇ ਐਂਗਲਾਂ ਤੋਂ। ਇੱਕ ਤਾਂ ਹੁਣ ਪਹਿਲਾਂ ਤਾਂ ਜਰਾਸੰਧ ਦੇ ਮੂੰਹ ਤੋਂ ਉਹਦੇ ਉਪਮਾ ਕਰਾ ਰਹੇ, ਕਿਉਂਕਿ ਉਹ ਜਰਾਸੰਧ ਖੜਗ ਸਿੰਘ ਦਾ ਰਾਜਾ ਹੈ, ਖੜਗ ਸਿੰਘ ਉਹਦੀ ਫੌਜ ਦਾ ਜਰਨੈਲ ਸੀ। ਸੋ ਉਹਨਾਂ ਨੇ ਤਾਂ ਤਾਰੀਫ ਕਰਨੀ ਹੈ, ਉਹ ਕਰ ਰਹੇ ਨੇ।
ਕਹਿੰਦੇ ਖੜਗ ਸਿੰਘ ਵਰਗਾ ਸੂਰਮਾ ਨਹੀਂ ਲੱਭਣਾ ਧਰਤੀ ਤੇ। ਤਹਿ ਸਮਝਾਏ ਲੜੈ ਰਨ ਮਾਹੀ, ਕੋਈ ਇਹੋ ਜਿਹਾ ਸੂਰਮਾ ਕਿੱਥੋਂ ਲਿਆਈਏ ਜਿਹੜਾ ਜਿਵੇਂ ਖੜਗ ਸਿੰਘ ਜਾ ਕੇ ਲੜਿਆ ਜੰਗ ਦੇ ਮੈਦਾਨ, ਉਹ ਵੀ ਜਾ ਕੇ ਲੜੇ ਦੁਸ਼ਮਣਾਂ ਨਾਲ। ਇਹੋ ਜਿਹਾ ਸੂਰਮਾ ਪ੍ਰਗਟ ਕਰਨਾ ਔਖਾ ਹੈ। ਆਪ ਤੁਮ ਕਹੋ ਕੌਣ ਵਿਦ ਕੀਜੈ, ਹੁਣ ਤੁਸੀਂ ਸਾਰੇ ਸਿਆਣੇ ਹੋ ਮੰਤਰੀਗਣ, ਤੁਸੀਂ ਸਲਾਹ ਦੱਸੋ ਆਪਾਂ ਕੀ ਕਰੀਏ? ਹੁਣ ਕਿਹੜਾ ਸੂਰਮਾ ਕ੍ਰਿਸ਼ਨ ਦੇ ਨਾਲ ਯੁੱਧ ਕਰਨ ਲਈ ਭੇਜੀਏ? ਕੌਣ ਸੁਭਾਟ ਕੋ ਆਇਸ ਦੀਜੈ, ਕਿਹੜੇ ਸੂਰਮੇ ਨੂੰ ਕਿਹੜੇ ਯੋਧੇ ਨੂੰ ਆਗਿਆ ਦਈਏ ਜੰਗ ਜਾਣ ਦੀ? ਜਰਾਸੰਧ ਨ੍ਰਿਪਸੋ ਮੰਤਰੀ ਬਾਚ ਦੋਹਰਾ, ਮੰਤਰੀ ਰਾਜੇ ਜਰਾਸੰਧ ਨੂੰ ਕਹਿਣ ਲੱਗੇ। ਤਬ ਬੋਲਿਓ ਮੰਤਰੀ ਸੁਮਤ, ਕਹਿੰਦੇ ਸੁਮਤ ਨਾਮ ਦਾ ਇੱਕ ਸਿਆਣਾ ਮੰਤਰੀ ਜਿਹੜਾ ਸ੍ਰੇਸ਼ਟ ਮਤੀ ਵਾਲਾ ਸਮਝਦਾਰ ਸੀਗਾ, ਹੱਥ ਜੋੜ ਕੇ ਰਾਜੇ ਜਰਾਸੰਧ ਨੂੰ ਕਹਿਣ ਲੱਗਾ। ਜਰਾਸੰਧ ਕੇ ਤੀਰ, ਰਾਜੇ ਜਰਾਸੰਧ ਦੇ ਪਾਸ ਜਰਾਸੰਧ ਦੇ ਕੋਲ ਮੰਤਰੀ ਸੁਮਤ ਨੇ ਬੇਨਤੀ ਕੀਤੀ ਹੈ। ਸਾਂਝ ਪਰੀ ਹੈ ਆਵੋ ਨ੍ਰਿਪਤ, हे ਰਾਜਾ ਜੀ ਮਹਾਰਾਜ ਇਸ ਵੇਲੇ ਤੇ ਸਾਂਝ ਹੋ ਗਈ ਹੈ, ਸ਼ਾਮ ਹੋ ਗਈ ਹੈ, ਹਨੇਰਾ ਪੈ ਰਿਹਾ ਹੈ। ਕੌਣ ਲੜੈ ਰਨ ਵੀਰ, ਹੁਣ ਰਾਤ ਨੂੰ ਕਿਹੜਾ ਯੁੱਧ ਵੀਰ ਭੇਜੀਏ, ਕਿਹੜਾ ਸੂਰਮਾ ਭੇਜੀਏ ਲੜਾਈ ਕਰਨ ਵਾਸਤੇ? ਇਹੋ ਜਿਹਾ ਕੋਈ ਸੂਰਮਾ ਰਾਤ ਨੂੰ ਥੋੜਾ ਲੜਾਈ ਹੋਣੀ ਹੈ, ਲੜਾਈ ਤਾਂ ਹੁਣ ਕੱਲ ਸਵੇਰੇ ਹੋਣੀ ਹੈ। ਹਾਂਜੀ ਪੁੱਤਰ ਰਾਜਾ ਚੁੱਪ ਹੋਏ ਰਹਿਓ। ਉਧਰੋਂ ਸਾਧ ਸੰਗਤ ਜੀ ਰਾਜਾ ਸੁਣ ਕੇ ਰਾਜਾ ਜਰਾਸੰਧ ਆਪਣੇ ਮੰਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਚੁੱਪ ਹੋ ਗਿਆ। ਮੰਤਰੀ ਕਹੀ ਜਬ ਗਾਥ, ਜਦੋਂ ਮੰਤਰੀ ਨੇ ਉਹਨੂੰ ਆਖਿਆ ਵੀ ਜੰਗ ਤਾਂ ਹੁਣ ਕੱਲ ਹੀ ਹੋਣਾ, ਰਾਤ ਨੂੰ ਤਾਂ ਲੜਾਈ ਨਹੀਂ ਹੋ ਸਕਦੀ। ਹਾਂਜੀ ਇਹ ਤਾਂ ਮੁਸਲੀ ਧਰ ਤਹਿ ਗਇਓ। ਇਧਰੋਂ ਮੁਸਲੀ ਧਰ ਕ੍ਰਿਸ਼ਨ ਦਾ ਭਰਾ ਬਲਰਾਮ ਆਪਣੇ ਸਾਰੇ ਦੁਸ਼ਮਣਾਂ ਨੂੰ ਮਾਰਨ ਤੋਂ ਬਾਅਦ, ਜੰਗ ਚ ਵੈਰੀ ਦੀ ਫੌਜ ਨੂੰ ਭਜਾਉਣ ਤੋਂ ਬਾਅਦ ਕ੍ਰਿਸ਼ਨ ਜੀ ਦੇ ਕੋਲ ਗਿਆ ਹੈ। ਜਹਾਂ ਹੋਤੇ ਬ੍ਰਜਨਾਥ, ਜਿੱਥੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਖੜੇ ਸਨ, ਬਲਰਾਮ ਉਹਨਾਂ ਦੇ ਪਾਸ ਚਲਾ ਗਿਆ ਹੈ। ਮੁਸਲੀ ਬਾਚ ਕਾਨ ਸੋ ਦੋਹਰਾ, ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਹੈ ਜਾ ਕੇ ਬਲਰਾਮ ਮੁਸਲੀ ਕਿਰਪਾ ਸਿੰਧ ਇਹ ਕੌਣ ਸੁਤ, ਕਹਿੰਦਾ ਹੈ ਕਿਰਪਾ ਨਿਦਾਨ, ਹੈ ਕਿਰਪਾ ਦੇ ਸਾਗਰ ਭਗਵਾਨ ਜੀ ਇਹ ਦੱਸੋ ਇਹ ਕਿਹਦਾ ਪੁੱਤਰ ਸੀ? ਖੜਗ ਸਿੰਘ ਜਿਹੇ ਨਾਮ, ਜਿਹਦਾ ਨਾਂ ਖੜਗ ਸਿੰਘ ਸੀ। ਇਹ ਕਿਸ ਮਾਂ ਨੇ ਜੰਮਿਆ ਸੀ? ਇਹੋ ਜਿਹਾ ਸੂਰਮਾ ਕਿੱਥੋਂ ਆਇਆ ਸੀ? ਇਹ ਕੌਣ ਸੀ ਮਹਾਰਾਜ? ਮੈਨੂੰ ਇਹਦੀ ਸਾਰੀ ਕਥਾ ਸੁਣਾਓ, ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਵੀ ਇਸ ਨੇ ਤਾਂ ਧਰਤੀ ਉੱਤੇ ਪਰਲੋ ਲੈਣ ਦੀ, ਇਹਦੇ ਤੇ ਅੱਗੇ ਕੋਈ ਤਾਕਤ ਖੜੀ ਨਹੀਂ। ਵੱਡੇ ਵੱਡੇ ਯੋਧੇ ਭਗਵਾਨ ਸ਼ਿਵ ਜੀ ਵਰਗੇ ਜਿਹੜੇ ਮੌਤ ਦੇ ਦੇਵਤੇ ਮੰਨੇ ਜਾਂਦੇ, ਪਰਲੋ ਕਰਨ ਵਾਲੇ, ਉਹ ਵੀ ਭੱਜ ਗਏ। ਮੌਤ ਵੀ ਡਰਦੀ ਫਿਰਦੀ ਸੀ, ਕੰਬਦੀ ਫਿਰਦੀ ਸੀ ਵੀ ਮੈਨੂੰ ਹੀ ਨਾ ਮਾਰ ਦੇਵੇ ਤੀਰ ਦੇ ਨਾਲ। ਜੰਮ ਵੀ ਡਰਦੇ ਸੀਗੇ, ਭਜਾ ਭਜਾ ਕੇ ਮਾਰਦਾ ਸਾਰਿਆਂ ਨੂੰ। ਇਹ ਖੜਗ ਸਿੰਘ ਕੌਣ ਸੀ ਮਹਾਰਾਜ? ਤੁਸੀਂ ਦੱਸੋ। ਹਾਂਜੀ ਐਸੋ ਆਪਣੀ ਬੈਸ ਮੈਂ, ਬਲਰਾਮ ਜੀ ਕਹਿੰਦੇ ਹੈ ਭਰਾ ਜੀ ਮੈਂ ਆਪਣੀ ਉਮਰ ਦੇ ਵਿੱਚ, ਸਾਰੀ ਉਮਰ ਦੇ ਵਿੱਚ ਇਹੋ ਜਿਹਾ ਯੋਧਾ ਨਹੀਂ ਵੇਖਿਆ। ਨਹਿ ਦੇਖਿਓ ਬਲ ਧਾਮ, ਇਹੋ ਜਿਹਾ ਬਲੀ, ਇਹੋ ਜਿਹਾ ਸੂਰਮਾ ਬਲ ਧਾਮ ਜਿਹੜਾ ਬਲ ਦਾ ਘਰ ਹੋਵੇ, ਸ਼ਕਤੀ ਦਾ ਸੋਮਾ ਹੋਵੇ, ਮੈਂ ਨਹੀਂ ਤੱਕਿਆ ਸੰਸਾਰ ਦੇ ਵਿੱਚ। ਆਪਣੀ ਉਮਰ ਵਿੱਚ ਤਾਂ ਨਹੀਂ ਤੱਕਿਆ, ਤੇ ਮੈਂ ਕਿਸੇ ਗ੍ਰੰਥ ਵਿੱਚ ਵੀ ਨਹੀਂ ਪੜ੍ਹਿਆ ਵੀ ਇਹੋ ਜਿਹਾ ਪਹਿਲਾਂ ਵੀ ਕੋਈ ਹੋਇਆ ਹੋਵੇ। ਚੌਪਈ ਤਾਂ ਤੇ ਯਾ ਕੀ ਕਥਾ ਪ੍ਰਕਾਸ਼ੋ, ਇਸ ਕਰਕੇ ਮਹਾਰਾਜ ਮੈਨੂੰ ਇਹਦੀ ਕਥਾ ਸੁਣਾਓ, ਇਹ ਕੌਣ ਸੀਗਾ? ਮੈਂ ਜਾਣਨਾ ਚਾਹੁੰਦਾ ਇਹਦੇ ਬਾਰੇ। ਮੇਰੇ ਮਨ ਕੋ ਭਰਮ ਬਿਨਾਸੋ, ਮਹਾਰਾਜ ਮੇਰੇ ਮਨ ਦਾ ਭਰਮ ਦੂਰ ਕਰ ਦਿਓ, ਸ਼ੰਕਾ ਕੱਢ ਦਿਓ ਮੇਰਾ। ਐਸੀ ਬਿਦ ਸੋ ਬਲ ਜਬ ਕਹਿਓ, ਜਦੋਂ ਬਲਰਾਮ ਨੇ ਮਹਾਰਾਜ ਕ੍ਰਿਸ਼ਨ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਹੱਥ ਜੋੜ ਕੇ ਆਖਿਆ ਭਰਾ ਜੀ ਮੈਨੂੰ ਇਹਦਾ ਸਾਰਾ ਵੇਰਵਾ ਦੱਸੋ, ਇਹ ਕੌਣ ਸੀ? ਤਾਂ ਮਹਾਰਾਜ ਬੋਲੇ ਹਨ। ਸੁਣ ਸ਼੍ਰੀ ਕ੍ਰਿਸ਼ਨ ਮੋਨ ਹੋਏ ਰਹਿਓ, ਕਹਿੰਦੇ ਭਗਵਾਨ ਕ੍ਰਿਸ਼ਨ ਜੀ ਪਹਿਲਾਂ ਤਾਂ ਚੁੱਪ ਕਰ ਗਏ, ਸੋਚਣ ਲੱਗੇ ਤੇ ਫਿਰ ਬੋਲੇ ਹਨ। ਕਾਨ ਬਾਚ ਸੋਰਠਾ, ਸੋਰਠੇ ਵਿੱਚ ਮਹਾਰਾਜ ਕ੍ਰਿਸ਼ਨ ਜੀ ਦੇ ਬਚਨ ਦੱਸਦੇ ਹਨ। ਪੁਨ ਬੋਲਿਓ ਬ੍ਰਜਨਾਥ, ਫਿਰ ਕ੍ਰਿਸ਼ਨ ਜੀ ਮਹਾਰਾਜ ਬਿਰਧ ਦੇ ਨਾਥ ਬੋਲੇ ਹਨ। ਕਿਰਪਾਵੰਤ ਹੈ ਬੰਦ ਸੋ, ਆਪਣੇ ਵੱਡੇ ਭਰਾ ਨਾਲ ਕਿਰਪਾ ਭਰੇ ਬਚਨ, ਪਿਆਰ ਭਰੇ ਬਚਨ, ਆਪਣੇ ਵਿਚਾਰ ਸਾਂਝੇ ਕਰਨਗੇ। ਜਿਹੜਾ ਕ੍ਰਿਸ਼ਨ ਜੀ ਨੂੰ ਸਵਾਲ ਪੁੱਛਿਆ ਬਲਰਾਮ ਜੀ ਨੇ,
ਉਹਦਾ ਜਵਾਬ ਦਿੰਦੇ ਹਨ। ਮਹਾਰਾਜ ਜੀ ਸੁਣ ਬਲ ਯਹਾਂ ਕੀ ਗਾਥ, ਕਹਿਣ ਲੱਗੇ ਹੇ ਬਲਰਾਮ ਜੀ, ਭਰਾ ਜੀ ਸੁਣੋ, ਤੁਹਾਨੂੰ ਇਹਦੀ ਸਾਰੀ ਕਥਾ ਦੱਸਦੇ ਆ। ਹਾਂਜੀ, ਜਨਮ ਕਥਾ ਭੂਪਤ ਕਹੋ, ਇਹ ਰਾਜਾ ਖੜਗ ਸਿੰਘ ਇਹਦੀ ਜਨਮ ਕਥਾ ਤੁਸੀਂ ਪੁੱਛੀਏ ਵੀ ਕਿਹਦਾ ਪੁੱਤਰ ਸੀ। ਸੁਣੋ ਫਿਰ ਇਹ ਕੀ ਚੀਜ਼ ਸੀਗਾ। ਦੋਹਰਾ ਖਟ ਮੁਖ ਰਮਾ ਗਣੇਸ਼, ਕਹਿੰਦੇ ਖਟ ਮੁਖ, ਖਟ ਮੈਨੇ 6 ਖੱਖੇ ਨਾਲ ਖਟ ਹੁੰਦਾ, ਖੱਖੇ ਨਾਲ ਹੀ ਖੜਗ ਸਿੰਘ ਦਾ ਪਹਿਲਾ ਖੱਖਾ ਅੱਖਰ ਹੁੰਦਾ। ਉਹਦੇ ਅਰਥ ਦੱਸਣ ਲੱਗੇ ਮਹਾਰਾਜ ਜੀ। ਕਹਿੰਦੇ ਪਹਿਲਾ ਹੈ ਖੱਖਾ, ਦੂਜਾ ਹੈ ਰਾੜਾ, ਰਾੜਾ ਤੇ ਰਾੜਾ ਸਵਰਨੀ ਮੰਨੇ ਗਏ ਹੈ। ਤੇ ਖਟ ਮੁਖ ਦਾ ਜਿਹੜਾ ਅਰਥ ਹੈ 6 ਮੂੰਹਾਂ ਵਾਲਾ, ਉਹ ਸਵਾਮੀ ਕਾਰਤਕ ਸ਼ਿਵ ਜੀ ਦਾ ਪੁੱਤਰ ਹੈ। ਜਿੰਨੇ ਦੁਨੀਆ ਦੇ ਸੈਨਾਪਤੀ ਹਨ, ਯਾਨੀ ਫੌਜਾਂ ਦੇ ਜਨਰਲ ਵੱਡੇ, ਉਹਨਾਂ ਦਾ ਦੇਵਤਾ ਉਹ ਮੰਨਿਆ ਗਿਆ। ਯਾਨੀ ਸਭ ਤੋਂ ਵੱਡਾ ਸੈਨਾਪਤੀ ਉਹ ਖਟ 6 ਮੂੰਹਾਂ ਵਾਲਾ ਸਵਾਮੀ ਕਾਰਤਕ ਹੈ। ਇਹ ਜਿਹੜੇ ਗ੍ਰੰਥ ਬ੍ਰਿਜ ਭਾਸ਼ਾ ਦੇ ਹਨ, ਜਦੋਂ ਤੁਸੀਂ ਉਹਨਾਂ 'ਚ ਪੜ੍ਹੋਗੇ ਫਿਰ ਤੁਹਾਡਾ ਇਹ ਆਮ ਹੀ ਤੁਹਾਨੂੰ ਸਮਝ ਆਏਗੀ, ਬਾਰ-ਬਾਰ ਇਹ ਗੱਲ ਆਏਗੀ ਵੀ ਖਟ ਮੁਖ ਕੌਣ ਹੈ। 6 ਉਹਦੇ ਮੂੰਹ ਹਨ ਤੇ ਮੋਰ ਦੀ ਉਹ ਸਵਾਰੀ ਕਰਦਾ ਹੈ। ਮੋਰ ਉਹਦੀ ਸਵਾਰੀ ਹੈ, ਨਾਮ ਉਹਦਾ 6 ਮੂੰਹਾਂ ਵਾਲਾ ਖਟ ਮੁਖ ਹੈ। ਸਵਾਮੀ ਕਾਰਤਕ ਉਹਨੂੰ ਕਹਿੰਦੇ ਨੇ। ਉਹ ਸ਼ਿਵ ਜੀ ਦਾ ਪੁੱਤਰ ਹੈ, ਬੜਾ ਬਲੀ ਹੈ। ਉਹ ਸਾਰੇ ਸ਼ਸਤਰ ਅਸਤਰ ਚਲਾਉਂਦਾ, ਜਿਵੇਂ ਪਿੱਛੇ ਜੰਗ 'ਚ ਆਇਆ ਵੀ ਹੈ ਵੀ ਉਹਨੂੰ ਵੀ ਖੜਗ ਸਿੰਘ ਨੇ ਭਜਾ ਦਿੱਤਾ ਸੀਗਾ। ਕਹਿੰਦੇ ਖੜਗ ਸਿੰਘ ਦਾ ਖੱਖਾ ਅੱਖਰ ਖਟ ਮੁਖ ਤੋਂ ਲਿਆ ਹੈ, ਤੇ ਦੂਜਾ ਹੈ ਰਾਰਾ ਅੱਖਰ, ਉਹ ਲਿਆ ਹੈ ਰਮਾ ਤੋਂ। ਰਮਾ ਨਾਮ ਲక్ష్ਮੀ ਦਾ ਹੈ, ਜੋ ਭਗਵਾਨ ਵਿਸ਼ਨੂੰ ਦੀ ਘਰ ਵਾਲੀ, ਬਹੁਤ ਹੀ ਸੋਹਣੇ ਸਰੀਰ ਵਾਲੀ ਮੰਨੀ ਗਈ ਹੈ। ਤੇ ਰਮਾ ਨਾਮ ਮਾਇਆ ਦਾ ਹੈ। ਆ ਸੰਸਾਰ 'ਚ ਜਿੰਨੀ ਮਾਇਆ ਹੈ ਇਹਨੂੰ ਰਮਾ ਕਹਿੰਦੇ ਹਨ। ਰਮਨ ਕਰ ਰਹੀ ਹੈ ਨਾ ਸਾਰੇ ਸੰਸਾਰ 'ਚ, ਤੁਰੀ ਫਿਰਦੀ ਹਰ ਜਗ੍ਹਾ ਤੇ, ਜੋ ਰਮਨ ਕਰਦੀ ਸਾਰਿਆਂ ਦੇ ਮਨ ਵਿੱਚ ਰਮਨ ਕਰਦੀ ਹੈ, ਜਿਹੜੀ ਸਾਰਿਆਂ ਨੂੰ ਪ੍ਰਸੰਨ ਰੱਖਦੀ, ਜਿਹਦੇ ਮਨ, ਜਿਹਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ, ਉਹ ਹੈ ਰਮਾ। ਜਿਹਦੇ ਨਾਲ ਇਹ ਸੰਸਾਰ ਦਾ ਵਿਹਾਰ ਚੱਲਦਾ ਹੈ, ਉਹ ਹੈ ਰਮਾ ਲక్ష్ਮੀ। ਕਹਿੰਦੇ ਜਿਹੜਾ ਦੂਜਾ ਅੱਖਰ ਹੈ ਉਹ ਰਮਾ ਤੋਂ ਲਿਆ ਹੈ। ਤੀਜਾ ਅੱਖਰ ਗੱਗਾ, ਗੱਗਾ ਅੱਖਰ ਗਣੇਸ਼ ਤੋਂ ਲਿਆ ਹੈ। ਖਟ ਮੁਖ ਰਮਾ ਗਣੇਸ਼। ਹਾਂਜੀ, ਪੁਨ ਸਿੰਘੀ ਰਿਖ ਘਨ ਸ਼ਿਆਮ, ਤੇ ਫਿਰ ਸਿੰਘੀ ਰਿਖ, ਉਸ ਤੋਂ ਇਹਦਾ ਸੱਸਾ ਲਿਆ ਸਿੰਘ ਦਾ, ਤੇ ਘੱਗਾ ਲਿਆ ਘਨ ਸ਼ਿਆਮ ਤੋਂ। ਘਨ ਸ਼ਿਆਮ ਕ੍ਰਿਸ਼ਨ ਜੀ ਕਹਿੰਦੇ ਮੇਰਾ ਨਾਮ ਹੈ, ਮੇਰੇ ਵਿੱਚੋਂ ਘੱਗਾ ਲਿਆ ਤੇ ਸਿੰਘੀ ਰਸ ਚੋਂ ਸੱਸਾ ਲਿਆ, ਤੇ ਖਟ ਮੁਖ ਵਿੱਚੋਂ ਖੱਖਾ ਲਿਆ, ਰਮਾ ਲక్ష్ਮੀ ਵਿੱਚੋਂ ਰਾਰਾ ਲਿਆ, ਔਰ ਗਣੇਸ਼ ਵਿੱਚੋਂ ਗੱਗਾ ਲਿਆ। ਇਹ 5 ਦੇਵਤਿਆਂ ਦੇ 5 ਸ਼ਕਤੀਆਂ ਦੇ ਜਿਹੜੇ ਅੱਖਰ ਨੇ ਉਹ ਪਹਿਲੇ ਲਏ ਨੇ। ਹਾਂਜੀ, ਆਰ ਬਰਨ ਵਿਦ ਪੰਚ ਲੈ, ਆਦ ਮੈਨੇ ਮੁੱਢਲੇ, ਬਰਨ ਕਹਿੰਦੇ ਅੱਖਰ, ਮੁੱਢਲੇ ਅੱਖਰ ਇਹਨਾਂ ਦੇ ਲੈ ਕੇ, ਜਿਵੇਂ ਖਟ ਮੁਖ ਤੋਂ ਖੱਖਾ, ਰਮਾ ਤੋਂ ਰਾਰਾ, ਗਣੇਸ਼ ਤੋਂ ਗੱਗਾ, ਸਿੰਘੀ ਤੋਂ ਸੱਸਾ ਤੇ ਘਨ ਸ਼ਿਆਮ ਤੋਂ ਘੱਗਾ, ਇਹ ਲੈ ਕੇ 5 ਮੁੱਢਲੇ ਅੱਖਰ ਧਰਿਓ ਖੜਗ ਸਿੰਘ ਨਾਮ, ਇਹਦਾ ਨਾਮ ਖੜਗ ਸਿੰਘ ਰੱਖਿਆ। ਦੇਖੋ ਕਿੰਨੀ ਵੱਡੀ 10ਵੇਂ ਪਾਤਸ਼ਾਹ ਮਹਾਰਾਜ ਉਹਦੀ ਵਿਆਖਿਆ ਲਿਖ ਰਹੇ ਨੇ। ਲਿਖ ਤਾਂ ਕਲਗੀਧਰ ਪਾਤਸ਼ਾਹ ਹੀ ਰਹੇ ਨੇ, ਪਰ ਭਗਵਾਨ ਕ੍ਰਿਸ਼ਨ ਜੀ ਦੇ ਮੁਖ ਤੋਂ ਪ੍ਰਸੰਗ ਦੇ ਵਾਸਤੇ ਦਰਸਾ ਰਹੇ ਨੇ। ਕਹਿੰਦੇ ਨੇ ਵੀ ਇਹ 5 ਅੱਖਰਾਂ ਦਾ ਮੁੱਢ ਲੈ ਕੇ 5 ਸ਼ਕਤੀਆਂ ਦਾ ਇਹਦਾ ਨਾਮ ਖੜਗ ਸਿੰਘ ਰੱਖਿਆ ਹੈ। ਦੋਹਰਾ ਖੜਗ ਰਮੈ ਤਨ ਗਰਮਤਾ, ਫਿਰ ਅਰਥ ਕਰਦੇ ਨੇ ਮਹਾਰਾਜ 10ਵੇਂ ਪਾਤਸ਼ਾਹ ਜੀ, ਕ੍ਰਿਸ਼ਨ ਜੀ ਮਹਾਰਾਜ ਦੇ ਮੁਖ ਤੋਂ ਕਰਾ ਰਹੇ ਨੇ। ਕਹਿੰਦੇ ਖੜਗ ਨਾਮ ਹੈ ਤਲਵਾਰ ਦਾ, ਖੜਗ ਨਾਮ ਸ਼ਸਤਰ ਦਾ ਹੈ। ਖੜਗ ਤਲਵਾਰ ਨੂੰ ਕਹਿੰਦੇ, ਖੰਡੇ ਨੂੰ ਕਹਿੰਦੇ, ਤੇ ਰਮਾ ਲక్ష్ਮੀ ਨੂੰ ਕਹਿੰਦੇ, ਤੇ ਰਮੈ ਤਨ ਹੁੰਦਾ ਸੋਹਣਾ ਸਰੀਰ। ਖੜਗ ਨਾਮ ਤਲਵਾਰ ਦਾ, ਰਮੇ ਤਨ ਨਾਮ ਸੁੰਦਰ ਸਰੂਪ ਦਾ। ਕਹਿੰਦੇ ਤਲਵਾਰ ਉਹਦੇ ਹੱਥ ਵਿੱਚ ਸੀ, ਸਰੂਪ ਉਹਦਾ ਸੋਹਣਾ ਸੀਗਾ, ਸੁੰਦਰ ਸਰੂਪ ਸੀਗਾ ਬਹੁਤ। ਹਾਂਜੀ, ਗਰਮਤਾ ਕਹਿੰਦੇ ਨੇ ਬਜ਼ੁਰਗੀ ਨੂੰ, ਵੱਡੇ ਨੂੰ। ਗਰਮਤਾ ਕਹਿੰਦੇ ਨੇ ਗਰਮਾ ਸਿੱਧੀ ਨੂੰ, ਯਾਨੀ ਇੱਕ ਅਣਮਾ, ਗਰਮਾ, ਲਗਮਾ, ਮਹਿਮਾ, ਇਹ ਸਿੱਧੀ ਹੁੰਦੀ ਹੈ। ਗਰਮਾ ਦਾ ਅਰਥ ਭਾਰੀ ਹੋ ਜਾਣਾ,
बैठे बैठे इन्ना भारी हो जाना भी पहाड़ जिन्ना भार हो जाना। साहब गुरु गोबिंद सिंह जी के प्रसंग आउंदा है भी महाराज 10वें पातशाह का शरीर बड़ा छांटवा जिहा पतला जिहा, बहुता पतला नहीं, यानी भारे नहीं सन। शरीर महाराज का कमाया होया सीगा। ते भाई राम कोयर साहब ब्रह्म ज्ञानी भारे सन, महाराज तो 3 साल छोटे सन, रहिंदे महाराज दे नाल सन। एक बारी सतगुरां कोल तीर कमान बड़ा भारी आ गया, उन्होंने वेख के भाई साहब दे मन च आ गया ये किहड़ा इन्हां ने चला लेना, हौले जे तां हन ते ये तां बड़ा भारी तीर कमान। महाराज जानी जान कहंदे भाई साहब जी आओ शिकार नूं चलीए। नाल हाथी मंगा लिया, हाथी ते भाई राम कोयर साहब नूं नाल बिठा लिया। ਸਿੰਘਾਂ ਨੂੰ ਕਿਹਾ ਤੁਸੀਂ ਰਹੋ, ਅਸੀਂ ਆਪ ਦੋਵੇਂ ਹੀ ਜਾਣਾ ਬਾਹਰ, ਕਿਸੇ ਵੀ ਸੇਵਾਦਾਰ ਨੂੰ ਨਾਲ नहीं ले। महाराज भाई राम कोयल जी ਨੂੰ ਲੈ ਕੇ जंगल चले गए। उसे कमान नाल तीर थले कहते उतार लिया पहला भाई साहब नूं ते तीर चलाण लग पे। तीर चलाए, हाथी खड़ा रहा। अद्धे घंटे बाद कहते चलिए भाई साहब वापस। कहते जी चलिए। कहते गलती ये हो गई आप पौड़ी नहीं लैके आए हाथी से चढ़ने वाली, आउंदिया तो चढ़ आए उत्थों पौड़ी उत्थे रह गई, हुण आप हाथी से किवें चढ़ीए। उतरते गए सी, चढ़ना औखा, हाथी बहिंदा कोई नहीं, आपां नूं उत्ते चढ़ना पैना। महाराज भाई राम कोयल कहंदे महाराज फिर तुसीं दसो की करिए। महाराज कहंदे इदां करो तुसीं जिहड़ा कोडे च होवो, असीं तुहाडे मोढे ते भार पा के उपर चढ़ जाने, फिर तुहानूं असीं उत्ते खिच लांगे। कहंदे ठीक है। भाई साहब ने सोचा भी हौले जे महाराज ते गोडियां ते भार पा के ना भाई साहब इउं करके हो गए। सच्चे पातशाह जी उत्ते मोढे ते पैर धर के उत्ते हाथी दे होते नूं हत्थ पा लिया ते 2 मिनट खड़े रहे। वो इन्ना क भार सारी सृष्टि का जिन्ना क सीगा ना वो सारा भाई साहब के मोढियां ते पा दिता। जदों भार पिया ते थर तो धरती हिलण लग पई। भाई राम कोयल साहब जी नूं समझ आ गई भी मैं जिहड़ी गल समझदा वो बड़ी छोटी है, ये खंडा ब्रह्मंडा दे मालक ने, ये तो इन्हां कोल गर्मा सिद्धियां सारियां दे चरणां 'च बसदियां ने। कहण लगा महाराज मैनूं धरती 'च नगाओगे, छेती चढ़ जाओ उत्ते। महाराज कहंदे तुसीं तां तगड़े हो, असीं तां हौले जे आ। कहते नहीं महाराज तुसीं जानी जान मैनूं माफ करो। इहनूं कहंदे गर्मता भारापण, तो ये सिद्धि हुंदी है। ते महाराज कहंदे बजुर्गी वडियाई गर्मता, ये देखो महाराज सारे अखर वरत रहे हैं। हाँ जी। ਸਿੰਘਨਾਦ ਕਮਸਾਨ ते ਸਿੰਘੀ रिश तो लिया ਸਿੰਘनाद। ਸਿੰਘनाद हुंदा शेर की तरह गजना, जिवें शेर नहीं भवक मारदा जंगल सारे जान सिंह बुके मिर्गावली भन्नी जाए ना धीर धरो। जो शेर गजदा ना मिर्गां दी डारां भज जांदियां, सारे जंगल च सन्नाटा छा जांदा भी शेर आ गया। इदां जोधा भी जदों जंग च गजदा भवक मारदा दुश्मनां दे दिल दहल जांदे। जदों खड़ग सिंह गरजदा सी ना ते उस वेले दुश्मनां दे हौसले पस्त हो जांदे सी उहदी गरज सुण के। ते घमसान कहंदे ने जंग नूं। ये भी फिर दूजा अर्थ, पहला तो महाराज ने लिखिया ना बई खट मुख रमा गणेश पुन सिंगी रख घनश्याम। हुण दूजा जिहड़ा है वो महाराज सच्चे पातशाह जी दस रहे ने खड़ग रमे तन गर्मता। खखे तो खड़ग मैंने तलवार, रमे तन सोहना सुंदर स्वरूप, ते गर्मता भारा वजनदार, ते वडियाई वाला बुजुर्गी वाला अते रिद्धियां सिद्धियां दा मालक। ਸਿੰਘਨਾਦ जब सिंह तो ओदा भी शेर तरह गजदा, उथों ससा लिया। कमसान तो घग्गा लिया। कमसान दा बड़ा युद्ध, बड़ा वड्डा जंग उहनूं कमसान दा जंग कहंदे। वो सारियां चीजां लैके हाँ जी पंच वर्ण को गुण लियो। इन्हां 5 चीजां दे गुण लए ने। खड़ग चों खखा, ਇਹਦੇ ਕੋਲ ਖੜਗ ਵੀ ਹੈ, ਰਮੇਤਾ ਨੇ ਸੋਹਣਾ ਵੀ ਹੈ, और गर्मता गगे तो ये भारी वजनी भी चौधा भी है, और ਸਿੰਘਨਾਦ और कहते शेर की तरह एक गजदा भी है, कमसान दा जंग करता है। 5 वरना दे अखर लैके 5 वर्ण को गुण लियो भूपत बलवान। महाराज कृष्ण जी कहते बलराम ये 5 अखरां दा गुण लैके ते ये सारियां शक्तियां दे अखर लैके इहदा नाम खड़ग सिंह रखिया। ये गुण धाम गुणा दा खजाना सी, बलवान सी। छपै करग सकत सिव तात दई। हुण महाराज फिर दस रहे ने, कहंदे जिहड़ी खड़ग है ना इहनूं वो शिव जी दे पुत्र कार्तिक खटमुख ने दित्ती। हाँ जी हाँ जी
ਤੇ ਹੇਤ ਜੀਤ ਅਤ। ਇਸੇ ਕਰਕੇ ਮਹਾਜੇਤੂ ਹੈ। ਖੜਗ ਇਹਨੂੰ ਜਿਹੜੀ ਤਲਵਾਰ ਹੈ ਉਹ ਖਟਮੁਖ ਤੋਂ ਸਵਾਮੀ ਕਾਰਤਕ ਤੋਂ ਮਿਲੀ, ਉਹਦੀ ਉਪਾਸਨਾ ਕਰਕੇ ਇਸ ਨੇ ਲਈ ਹੈ। ਇਸ ਕਰਕੇ ਅਜੀਤ ਯੋਧਾ ਕਿਸੇ ਕੋਲੋਂ ਜਿੱਤਿਆ ਨਹੀਂ ਜਾਂਦਾ, ਇਹਦੀ ਤੇਗ ਦੀ ਕੋਈ ਧਾਰ ਸਹਿ ਨਹੀਂ ਸਕਦਾ। ਹਾਂਜੀ, ਬਹੁਤ ਸੁੰਦਰਤਾ ਰਮਾ ਦਈ। ਔਰ ਜਿਹੜੀ ਇਹਨੂੰ ਸੁੰਦਰਤਾ ਦਿੱਤੀ ਹੈ ਉਹ ਰਮਾ ਨੇ ਦਿੱਤੀ, ਲక్ష్ਮੀ ਨੇ ਦਿੱਤੀ ਹੈ। ਲక్ష్ਮੀ ਨੇ ਆਪਣਾ ਹੁਸਨ ਦਿੱਤਾ, ਇਹਨੂੰ ਸੁੰਦਰਤਾ ਦਿੱਤੀ। ਜਿਵੇਂ ਪੁੱਤਰ ਨੂੰ ਮਾਂ ਆਪਣੀ ਸੁੰਦਰਤਾ ਦਿੰਦੀ, ਜਿੰਨੀ ਮਾਂ ਸੁੰਦਰ ਹੋਵੇਗੀ ਉਹਨਾਂ ਪੁੱਤਰ ਸੁੰਦਰ ਹੋਵੇਗਾ। ਭਾਈ ਪੰਡਿਤ ਨਿਹਾਲ ਸਿੰਘ ਜੀ ਨੇ ਲਿਖਿਆ ਨਾ, ਉਹ ਕਹਿੰਦੇ ਆਪ ਸਮਾਨ ਜਨੇ ਸੁਤ ਸੁੰਦਰ, ਇਹ ਜਗ ਝੁੰਡਨ ਝੁੰਡ ਸੁਹਾਤੇ। ਸੋਹਣੀਆਂ ਮਾਵਾਂ ਸੋਹਣੇ ਪੁੱਤਰਾਂ ਨੂੰ ਜਨਮ ਦਿੰਦੀਆਂ ਨੇ, ਝੁੰਡਾਂ ਦੇ ਝੁੰਡ ਸੰਸਾਰ 'ਚ ਫਿਰਦੇ ਨੇ। ਤੋ ਇਸੇ ਤਰ੍ਹਾਂ ਕਹਿੰਦੇ ਬਹੁਤ ਸੁੰਦਰਤਾ ਰਮਾ ਦਈ, ਰਮਾ ਨੇ ਸੁੰਦਰਤਾ ਦਿੱਤੀ ਹੈ, ਹੁਸਨ ਦਿੱਤਾ ਹੈ। ਤਿੰਨ ਬਿਮਲ ਅਮਲ ਮਤ, ਇਹ ਨਿਰਮਲ ਮਤੀ ਵਾਲਾ, ਸੋਹਣੇ ਸਰੂਪ ਵਾਲਾ, ਇਹ ਕਹਿੰਦੇ ਆ ਲక్ష్ਮੀ ਦਾ ਪੁੱਤਰ, ਯਾਨੀ ਲక్ష్ਮੀ ਨੇ ਸੁੰਦਰਤਾ ਦਿੱਤੀ ਹੈ ਇਸ ਨੂੰ। ਗਰਮਾ ਸਿੱਧ ਗਣੇਸ਼ ਦਈ, ਜਿਹੜੀ ਗਰਮਾ ਸਿੱਧੀ ਹੈ, ਗਰਮਾ ਸਿੱਧੀ ਭਾਰਾਪਣ ਭਾਰਾ ਹੋ ਜਾਣਾ, ਇਹ ਸਿੱਧੀ ਜਿਹੜੀ ਹੈ ਇਸ ਨੂੰ ਗਣੇਸ਼ ਨੇ ਦਿੱਤੀ ਹੈ। ਤੇ ਹੇਤ ਜੀਤ ਅਤ, ਕਰਕੇ ਮਹਾਜੀਤ ਜਿੱਤਣ ਵਾਲਾ, ਇਹਨੂੰ ਕੋਈ ਜਿੱਤ ਨਹੀਂ ਸਕਿਆ, ਇਹ ਸਾਰਿਆਂ ਨੂੰ ਜਿੱਤਦਾ ਸੀ। ਗਰਮਾ ਸਿੱਧ ਗਣੇਸ਼ ਸਿੰਘ ਰਿਕ ਸਿੰਘ ਨਾਦ ਦੀ, ਔਰ ਸਿੰਘੀ ਰਿਸ਼ ਨੇ ਇਹਨੂੰ ਸਿੰਘ ਨਾਦ ਦਿੱਤਾ। ਸਿੰਘੀ ਰਿਸ਼ ਤੋਂ ਇਹਨੇ ਕੀ ਲਿਆ, ਸ਼ੇਰ ਤਰ੍ਹਾਂ ਗੱਜਦਾ ਸੀ, ਦਹਾੜ ਮਾਰਦਾ ਸੀ, ਸੱਤੇ ਲੋਕ ਪਤਾਲ ਆਕਾਸ਼ ਕੰਬ ਜਾਂਦੇ ਸਨ ਇਹਦੀ ਦਹਾੜ ਦੇ ਸਾਹਮਣੇ। ਹਾਂਜੀ, ਕਰਤ ਅਧਿਕ ਕਮਸਾਨ, ਤੇ ਇਹ ਬੜਾ ਕਮਸਾਨ ਯੁੱਧ ਕਰਦਾ ਸੀ। ਇਹਨੂੰ ਕਿੱਥੋਂ ਮਿਲਿਆ ਕਮਸਾਨ ਸ਼ਬਦ? ਕਮਸਾਨ ਕਿਉਂ ਕਰਦਾ ਸੀ? ਇਹ ਘਨ ਸ਼ਿਆਮ ਹੇਤ ਕੀ, ਇਹ ਘਨ ਸ਼ਿਆਮ ਨੇ ਦਿੱਤਾ, ਮੈਂ ਦਿੱਤਾ, ਕਹਿੰਦੇ ਕ੍ਰਿਸ਼ਨ ਜੀ ਕਹਿੰਦੇ। ਇਹ ਸਾਰੀਆਂ ਸ਼ਕਤੀਆਂ ਇਕੱਠੀਆਂ ਹੋਈਆਂ ਤਾਂ ਖੜਗ ਸਿੰਘ ਬਣਿਆ। ਵੱਖਰੇ ਵੱਖਰੇ ਅੰਗਲਾਂ ਤੋਂ ਮਾਰੇ ਨੇ ਅਰਥ ਦੱਸ ਦਿੱਤੇ ਆ ਖੜਗ ਸਿੰਘ ਦੇ। ਹਾਂਜੀ, ਇਹ ਵਿਦ ਪ੍ਰਕਾਸ਼ ਭੂਪਤ ਕੀਓ, ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਲਿਖਦੇ ਕਿ ਇਸ ਪ੍ਰਕਾਰ ਨਾਲ ਇਹ ਖੜਗ ਸਿੰਘ ਦਾ ਪ੍ਰਕਾਸ਼ ਹੋਇਆ। ਇਹ ਖੜਗ ਸਿੰਘ ਜੰਮਿਆ, ਇਹ ਖੜਗ ਸਿੰਘ ਮਾਂ ਦੇ ਪੇਟੋਂ ਨਹੀਂ ਜੰਮਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਇਹਨਾਂ ਸ਼ਕਤੀਆਂ ਦੀ ਸੁਰਤ ਵਿੱਚੋਂ ਜੰਮਿਆ, ਗੁਰੂ ਗੋਬਿੰਦ ਸਿੰਘ ਦੀ ਸੁਰਤ ਵਿੱਚੋਂ ਜੰਮਿਆ। ਗੁਰੂ ਸਾਹਿਬ ਨੇ ਆਪਣੀ ਸੁਰਤ ਵਿੱਚ ਯੋਧਾ ਪੈਦਾ ਕੀਤਾ। ਇਹ ਗੱਲ ਨੂੰ ਆਮ ਲੋਕ ਨਹੀਂ ਸਮਝ ਸਕਦੇ, ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੁਭਵ ਦੀ ਗੱਲ ਹੈ। ਕਹਿੰਦੇ ਨੇ ਵੀ ਇਸ ਤਰ੍ਹਾਂ ਪ੍ਰਕਾਸ਼ ਹੋਇਆ ਇਹਨਾਂ ਸ਼ਕਤੀਆਂ ਦਾ ਇਕੱਠਾ ਕਰਕੇ ਸੁਮੇਲ, ਉਹਦੇ ਵਿੱਚੋਂ ਖੜਗ ਸਿੰਘ ਪੈਦਾ ਕੀਤਾ ਹੈ। ਸੁਨ ਹਲ ਤਰ ਇਮ ਭਾਖਿਓ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹੇ ਕ੍ਰਿਸ਼ਨ, ਹੇ ਬਲਰਾਮ, ਇਹ ਤੈਨੂੰ ਦੱਸਿਆ ਗੁੱਝਾ ਭੇਦ, ਇਹ ਸਮਝ ਵਾਲੀ ਗੱਲ ਹੈ ਜਿਹੜੀ ਤੈਨੂੰ ਸਮਝਾਈ ਹੈ ਅਸੀਂ। ਬ੍ਰਜਨਾਥ ਅਨਾਥ ਸਨਾਥ ਤੁਮ, ਇਹ ਸੁਣ ਕੇ ਬਲਰਾਮ ਨੇ ਹੱਥ ਜੋੜ ਲਏ, ਕਹਿਣ ਲੱਗਾ ਹੇ ਭਗਵਾਨ ਜੀ, ਹੇ ਕ੍ਰਿਸ਼ਨ ਜੀ, ਹੇ ਬ੍ਰਜਨਾਥ ਜੀ, ਤੁਸੀਂ ਅਨਾਥਾਂ ਨੂੰ ਸਨਾਥ ਕਰਨ ਵਾਲੇ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ। ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਹਦਾ ਕੋਈ ਨਹੀਂ ਦੁਨੀਆ ਵਿੱਚ, ਉਹਦੇ ਤੁਸੀਂ ਹੋ ਮਹਾਰਾਜ, ਅਨਾਥਾਂ ਦੇ ਨਾਥ, ਅਨਾਥਾਂ ਨੂੰ ਸਨਾਥ ਕਰਨ ਵਾਲੇ ਹੋ ਤੁਸੀਂ। ਬੜਾ ਸ਼ਤਰੂ ਰਨ ਮਦ ਹੈ, ਬੜਾ ਵੱਡਾ ਸ਼ਤਰੂ ਸੀ, ਤੁਸੀਂ ਜੰਗ 'ਚ ਮਾਰ ਲਿਆ ਖੜਗ ਸਿੰਘ। ਜਿਵੇਂ ਤੁਸੀਂ ਉਹਦੀ ਗੁਣ ਦੱਸ ਰਹੇ ਹੋ, ਸ਼ਕਤੀ ਉਹਨੂੰ ਮਾਰ ਨਹੀਂ ਸੀ ਸਕਦਾ ਕੋਈ, ਫਿਰ ਵੀ ਤੁਸੀਂ ਉਸ ਨੂੰ ਮਾਰ ਲਿਆ ਹੈ। ਸੋਰਠ ਪੁਨ ਬੋਲਿਓ ਬ੍ਰਜ ਚੰਦ, ਇਹ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਫਿਰ ਬੋਲੇ ਸੰਕਰਖਣ ਸੋ ਕਿਰਪਾ ਕਰ। ਸੰਕਰਖਣ ਨੂੰ ਦੱਸ ਰਹੇ ਨੇ, ਸੰਕਰਖਣ ਬਲਰਾਮ ਦਾ ਨਾਮ ਹੈ। ਇਹ ਬਲਰਾਮ ਦੇ ਬੜੇ ਨਾਮ ਆਉਂਦੇ ਨੇ, ਹਲੀ, ਹਰ, ਤਰ, ਮੁਸਲੀ, ਸੰਕਰਖਣ ਤੇ ਹੋਰ ਵੀ ਕਈ ਨਾਮ ਮਹਾਰਾਜ ਦਸਮ ਪਾਤਸ਼ਾਹ ਨੇ ਲਿਖੇ ਨੇ। ਸੰਕਰਖਣ ਦੇ ਦੋ ਕਾਰਨ ਲਿਖੇ ਨੇ ਭਾਈ ਕਾਹਨ ਸਿੰਘ ਜੀ ਨਾਭਾ ਨੇ। ਉਹ ਕਹਿੰਦੇ ਸੰਕਰਖਣ ਦਾ ਮਤਲਬ ਹੁੰਦਾ ਏਦਾਂ ਖਿੱਚ ਲੈਣਾ, ਇਕੱਠੇ ਕਰ ਲੈਣਾ, ਖਿੱਚ ਲੈਣ ਨੂੰ ਸੰਕਰਖਣ ਕਹਿੰਦੇ ਨੇ, ਸਮੇਟ ਲੈਣਾ। ਤੇ ਕਹਿੰਦੇ ਇਹਦੇ ਦੋ ਕਾਰਨ ਨੇ। ਇੱਕ ਦਾ ਪਹਿਲਾ ਕਾਰਨ ਸੰਕਰਖਣ ਸ਼ਬਦ ਦਾ ਇਹ ਹੈ ਕਿ ਜਦੋਂ ਇਹ ਹਲਧਰ ਬਲਰਾਮ ਮਾਂ ਦੇਵਕੀ ਦੇ ਪੇਟ ਵਿੱਚ ਆ ਗਿਆ, ਇਹ ਮਾਂ ਦੇਵਕੀ ਦਾ 7ਵਾਂ ਬੱਚਾ ਸੀ। 6 ਬੱਚੇ ਜਿਹੜੇ ਸਨ ਉਹ ਪਹਿਲਾਂ ਕੰਸ ਨੇ ਜੰਮਦੇ ਹੀ ਮਾਰ ਦਿੱਤੇ ਸੀ। ਜੇਲ੍ਹ ਵਿੱਚ ਰੱਖਿਆ ਹੋਇਆ ਸੀ ਨਾ ਦੇਵਕੀ ਨੂੰ ਤੇ ਵਾਸੁਦੇਵ ਨੂੰ, ਵੀ ਇਹਨਾਂ ਦਾ ਬੱਚਾ ਜਿਹੜਾ ਵੀ ਜੰਮੇਗਾ ਨਾਲ ਦੀ ਨਾਲ ਮਾਰ ਦੇਣਾ, ਤੇ ਉਹ ਨਾਲ ਦੀ ਨਾਲ ਬੱਚੇ ਮਾਰ ਦਿੰਦਾ ਸੀਗਾ। ਜਦੋਂ ਇਹ 7ਵਾਂ ਬੱਚਾ ਹੋਣ ਵਾਲਾ ਸੀ, ਵਾਸੁਦੇਵ ਤੇ ਦੇਵਕੀ ਨੂੰ ਭਗਵਾਨ ਨੇ ਕਿਹਾ, ਪਰਮੇਸ਼ਰ ਨੇ ਅੰਦਰੋਂ ਹੀ ਫੁਰਨਾ ਕਰਦਾ ਸਾਰਿਆਂ ਦੇ,
ਉਹਨਾਂ ਕਿਹਾ ਵੀ ਇਹਨੂੰ ਦੂਸਰੀ ਜਿਹੜੀ ਤੇਰੀ ਪਤਨੀ ਹੈ ਰੋਹਣੀ ਉਹਦੇ ਪੇਟ 'ਚ ਪਹੁੰਚਾ ਦਿਓ। ਤਾਂ ਮੰਤਰਾਂ ਦੇ ਬਲ ਨਾਲ ਇੱਕ ਪੇਟ 'ਚੋਂ ਕੱਢ ਕੇ ਬੱਚਾ ਦੂਜੇ ਪੇਟ 'ਚ ਪਹੁੰਚਾ ਦਿੱਤਾ ਸੀ। ਅੱਜ ਕੱਲ੍ਹ ਇਹ ਡਾਕਟਰ ਜਿਹੜੇ ਮੈਡੀਕਲ ਵਾਲੇ ਸਾਇੰਸ ਵਾਲੇ ਇੱਦਾਂ ਦੀ ਖੋਜਾਂ ਲੱਗ ਪਏ ਕਰਨ, ਟਿਊਬਾਂ ਨਾਲ ਬੱਚੇ ਕਰਨੇ ਜਾਂ ਹੋਰ ਤਰੀਕੇ ਨਾਲ ਇੱਕ ਦੂਜੇ ਪਾਸੇ ਸ਼ਿਫਟ ਕਰ ਦੇਣਾ। ਇਹ ਵਿਦਿਆ ਬਹੁਤ ਪਹਿਲਾਂ ਹੋ ਚੁੱਕੀ ਹੈ ਇੱਕ ਵਾਰੀ ਇੱਦਾਂ ਦੀ, ਵੀ ਇੱਕ ਪੇਟ ਵਿੱਚੋਂ ਬੱਚਾ ਕੱਢ ਕੇ ਦੇਵਕੀ ਦੇ ਪੇਟ ਵਿੱਚੋਂ ਤੇ ਉਹ ਰੋਹਣੀ ਦੇ ਪੇਟ 'ਚ ਪਹੁੰਚਾ ਦਿੱਤਾ, ਸੰਕਰਖਣ ਕਰ ਲਿਆ, ਖਿੱਚ ਲਿਆ। ਇਹਦਾ ਮਤਲਬ ਇਹ ਸੰਕਰਖਣ ਦਾ। ਦੂਜਾ ਅਰਥ ਕਹਿੰਦੇ ਇਹ ਫਿਰ ਆਪਣੇ ਹੱਥ 'ਚ ਹਲ ਰੱਖਦਾ ਸੀਗਾ, ਜਿਹਨੂੰ ਮਾਰਨਾ ਹੁੰਦਾ ਸੀ ਉਹਦੇ ਗਲ 'ਚ ਹਲ ਪਾ ਕੇ ਏਦਾਂ ਖਿੱਚ ਲੈਂਦਾ ਸੀਗਾ ਤੇ ਮਾਰ ਦਿੰਦਾ ਸੀ। ਇਸ ਕਰਕੇ ਵੀ ਇਹਨੂੰ ਸੰਕਰਖਣ ਕਹਿੰਦੇ। ਸੋ ਭਗਵਾਨ ਕ੍ਰਿਸ਼ਨ ਜੀ ਸੰਕਰਖਣ ਨੂੰ ਕਹਿੰਦੇ ਹਨ। ਜਾਦਵ ਇੱਕ ਮਤ ਮੰਦ। ਇੱਕ ਹੋਰ ਗੱਲ ਹੈ, ਉਹ ਸੁਣ, ਉਹ ਭਰਾ ਜੀ ਗੱਲ ਇਹ ਹੈ ਵੀ ਆਪਣੀ ਬਰਾਦਰੀ ਜਾਦਵਾਂ ਦੀ। ਕ੍ਰਿਸ਼ਨ ਜੀ ਜਾਦਵ ਸਨ, ਜਾਦਵ ਸਿੰਘ ਦੇ ਪਿਤਾ ਜੀ ਜਾਦਵ ਸੀ, ਸਾਰਾ ਇਹਨਾਂ ਦਾ ਕੁਲ। ਕਹਿੰਦੇ ਆਪਣੀ ਜਿਹੜੀ ਜਾਦਵਾਂ ਦੀ ਕੁਲ ਹੈ ਨਾ, ਇਹ ਬੜੀ ਬੁੱਧੀ ਭ੍ਰਿਸ਼ਟ ਹੋ ਗਈ ਇਹਨਾਂ ਦੀ। ਇਹ ਹੋ ਗਏ ਹੰਕਾਰੀ, ਇਹਨਾਂ ਦਾ ਹੰਕਾਰ ਤੋੜਨ ਲਈ ਇਹ ਕੰਮ ਕੀਤਾ। ਹਾਂਜੀ, ਗਰਵ ਕਰਾਂ ਬਹੁ ਪੁਜਾ ਕੋ। ਇਹ ਸਾਡੀ ਬਰਾਦਰੀ ਵਾਲੇ ਜਿਹੜੇ ਨੇ ਨਾ, ਇਹ ਆਪਣੀ ਬਾਹਾਂ ਦਾ ਬੜਾ ਹੰਕਾਰ ਕਰਦੇ ਨੇ। ਇਹ ਜਿਹੜੇ ਛਤਰੀ ਨੇ, ਇਹ ਜਾਦਵ ਆਪਣੇ ਬਾਹੂ ਬਲ ਦੇ ਉੱਤੇ ਇਹਨਾਂ ਨੂੰ ਆਪਣੀ ਸ਼ਕਤੀ ਦਾ ਬੜਾ ਹੰਕਾਰ ਹੋ ਗਿਆ ਸੀ। ਹਾਂਜੀ, ਚੌਪਈ ਜਾਦਵ ਬੰਸ ਮਾਨ ਪਇਓ ਭਾਰੀ। ਕ੍ਰਿਸ਼ਨ ਜੀ ਕਹਿੰਦੇ ਵੀ ਆਪਣੀ ਜਾਦਵ ਕੁਲ ਵਿੱਚ ਨਾ ਮਾਣ ਹੰਕਾਰ ਬਹੁਤ ਹੋ ਗਿਆ। ਬਹੁਤ ਮੇਰੇ ਭਰਾ ਜਿਹੜੇ ਨੇ, ਮੇਰੇ ਭਤੀਜੇ ਨੇ, ਮੇਰੀ ਬਰਾਦਰੀ ਹੈ, ਮੇਰੇ ਚਾਚੇ ਤਾਏ ਨੇ, ਬੜੇ ਫੂਫਾਂ ਬੜੀ ਕਰਦੇ ਕਹਿੰਦੇ ਆਪਣੇ ਮਨ ਵਿੱਚ। ਹਾਂਜੀ, ਰਾਮ ਸ਼ਿਆਮ ਹਮਰੇ ਰਖਵਾਰੀ। ਤੇ ਇਹ ਜ਼ਿਆਦਾ ਸਾਡੇ ਤੇ ਵੀ ਭਰੋਸਾ ਕਰਦੇ ਸੀ। ਹੰਕਾਰ ਇਸ ਗੱਲ ਦਾ ਸੀ ਵੀ ਕ੍ਰਿਸ਼ਨ ਤੇ ਬਲਰਾਮ ਸਾਡੀ ਰਾਖੀ ਕਰਨ ਵਾਲੇ ਹਨ। ਰਾਮ ਬਲਰਾਮ ਨੂੰ ਕਹਿੰਦੇ ਨੇ ਤੇ ਸ਼ਿਆਮ ਕ੍ਰਿਸ਼ਨ ਜੀ ਆਪਣੇ ਆਪ ਨੂੰ ਕਹਿੰਦੇ। ਆਪਣੇ ਦੋਵਾਂ ਭਾਈਆਂ ਦਾ ਵੀ ਬੜਾ ਮਾਣ ਕਰਦੇ ਸੀ, ਵੀ ਇਹ ਸਮਝਦੇ ਸੀ ਵੀ ਕ੍ਰਿਸ਼ਨ ਦੇ ਹੁੰਦਿਆਂ ਤੇ ਬਲਰਾਮ ਦੇ ਹੁੰਦਿਆਂ ਸਾਨੂੰ ਕਿਸੇ ਦੀ ਕੀ ਪਰਵਾਹ, ਇਹ ਸਾਡੀ ਰਾਖੀ ਕਰਨ ਵਾਲੇ ਹਨ। ਹਾਂਜੀ, ਡੀਠ ਆਨ ਕੋ ਆਨਤ ਨਹੀਂ। ਸਾਡੇ ਉੱਤੇ ਮਾਣ ਕਰਕੇ ਇਹ ਦੂਜਿਆਂ ਨੂੰ ਆਪਣੀ ਅੱਖ ਥੱਲੇ ਨਹੀਂ ਸੀ ਲਿਆਉਂਦੇ, ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਹਾਂਜੀ, ਤਾਕੋ ਫਲ ਪਾਇਓ ਜਗ ਮਾਹੀ। ਇਹਦਾ ਫਲ ਇਹਨਾਂ ਨੇ ਪਾ ਲਿਆ ਹੈ ਜਗਤ ਵਿੱਚ। ਗਰਭ ਪ੍ਰਹਾਰੀ ਸ਼੍ਰੀ ਧਰ ਜਾਨੋ। ਕਹਿੰਦੇ ਭਗਵਾਨ ਜੀ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ, हे ਬਲਰਾਮ ਜੀ, ਜੋ ਪਰਮੇਸ਼ਰ ਹੈ ਨਾ, ਉਹ ਹੰਕਾਰ ਤੋੜਨ ਵਾਲਾ ਹੈ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਉਹ ਭਗਵਾਨ ਪਰਮੇਸ਼ਰ ਜੋ ਸ੍ਰੀ ਧਰਮ ਮਾਇਆ ਨੂੰ ਧਾਰਨ ਕਰਨ ਵਾਲਾ ਹੈ, ਉਹ ਗਰਭ ਪ੍ਰਹਾਰੀ ਹੈ। ਕਿਸੇ ਦਾ ਵੀ ਹੰਕਾਰ ਨਹੀਂ ਰਹਿਣ ਦਿੰਦਾ। ਹੰਕਾਰ ਨਹੀਂ ਕਿਸੇ ਦਾ ਉਹਨੂੰ ਚੰਗਾ ਲੱਗਦਾ, ਹੰਕਾਰ ਤੋੜ ਦਿੰਦਾ ਹੈ। ਮੇਰੋ ਕਹਿਓ ਸਾਚ ਕਰ ਮਾਨੋ। ਮੇਰਾ ਕਿਹਾ ਸੱਚ ਕਰਕੇ ਮੰਨ ਲਓ ਕਿ ਭਗਵਾਨ ਜਿਹੜਾ ਹੈ ਉਹ ਹੰਕਾਰ ਨੂੰ ਖਤਮ ਕਰਦਾ ਹੈ। ਇਹ ਕੇ ਹੇਤ ਭੂਪ ਅਵਤਰਿਓ। हे ਭਰਾ ਜੀ, हे ਬਲਰਾਮ ਜੀ, ਇਹਨਾਂ ਦਾ ਹੰਕਾਰ ਤੋੜਨ ਲਈ ਨਾ, ਆਪਣੀ ਬਰਾਦਰੀ ਵਾਲਿਆਂ ਦਾ, ਇਹ ਮੈਂ ਖੜਗ ਸਿੰਘ ਪੈਦਾ ਕੀਤਾ। ਖੜਗ ਸਿੰਘ ਪੈਦਾ ਕਿਉਂ ਹੋਇਆ? ਵੀ ਜਾਦਵਾਂ ਦਾ ਹੰਕਾਰ ਨਾਸ ਹੋ ਜਾਵੇ, ਇਹਨਾਂ ਦੀ ਆਕੜ ਟੁੱਟ ਜਾਵੇ, ਇਹਨਾਂ ਨੂੰ ਪਤਾ ਲੱਗ ਜੇ ਵੀ ਸ਼ੇਰ ਨੂੰ ਸਵਾ ਸ਼ੇਰ ਵੀ ਟੱਕਰ ਜਾਂਦੇ। ਹਾਂਜੀ, ਇਹ ਵਿਦ ਜਾਨ ਵਿਧਾਤਾ ਕਰਿਓ। ਕਹਿੰਦੇ ਇਹ ਵਿਧਾਤਾ ਨੇ, ਪਰਮੇਸ਼ਰ ਨੇ, ਵਾਹਿਗੁਰੂ ਨੇ ਖੜਗ ਸਿੰਘ ਪੈਦਾ ਕੀਤਾ ਸੀ। ਦੋਹਰਾ ਕਹਾਂ ਰੰਗ ਕੂ ਪਾਲੇ। ਕ੍ਰਿਸ਼ਨ ਜੀ ਕਹਿੰਦੇ, ਇਹ ਬਲਰਾਮ ਜੀ, ਇਹ ਵਿਚਾਰਾ ਖੜਗ ਸਿੰਘ ਕੀ ਚੀਜ਼ ਸੀ? ਗਰੀਬ ਜਾਂ ਕੰਗਲਾ ਜਾਂ ਕਹਿੰਦੇ, ਇਹ ਵੀ ਕੋਈ ਵੱਡੀ ਚੀਜ਼ ਨਹੀਂ ਹੈ। ਹਾਂਜੀ, ਕਰਿਓ ਇਤੋ ਸੰਗਰਾਮ। ਜਿਹਨੇ ਐਡਾ ਯੁੱਧ ਕਰ ਲਿਆ, ਐਡਾ ਜੰਗ ਕੀਤਾ ਜਿਹਨੇ, ਇਹ ਵਿਚਾਰੀ ਕੋਈ, ਇਹਦੀ ਵੀ ਕੀ ਔਕਾਤ? ਸੰਸਾਰ 'ਚ ਕਿਸੇ ਦੀ ਵੀ ਕੋਈ ਔਕਾਤ ਨਹੀਂ। ਆਖੋ ਸਤਨਾਮ ਸ੍ਰੀ। ਕਿਸੇ ਦੀ ਵੀ ਕੋਈ ਔਕਾਤ ਨਹੀਂ, ਇੱਕ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਾਰੇ ਮਿੱਟੀ ਦੇ ਖਿਡੌਣੇ ਹੀ ਹਨ। ਹਾਂਜੀ, ਜਾਦਵ ਗਰਭ ਵਿਨਾਸ਼ ਹਿਤ। ਮਾਰੇ ਕਹਿੰਦੇ ਇਹ ਸਿਰਫ ਜਾਦਵਾਂ ਦੇ ਹੰਕਾਰ ਤੋੜਨ ਲਈ ਇੰਨਾ ਕੁ ਬਲੀ ਪੈਦਾ ਕੀਤਾ ਸੀ ਅਸੀਂ, ਹੋਰ ਇਹਦਾ ਕੋਈ ਕਾਰਨ ਨਹੀਂ ਸੀ। ਹਾਂਜੀ, ਉਪਜਾਇਓ ਸ਼੍ਰੀ ਰਾਮ। ਸ੍ਰੀ ਪਰਮੇਸ਼ਰ ਵਾਹਿਗੁਰੂ ਜੀ ਨੇ, ਰਾਮ ਜੀ ਨੇ, ਅਕਾਲ ਪੁਰਖ ਜੀ ਨੇ ਇਹ ਖੜਗ ਸਿੰਘ ਸਿਰਫ ਜਾਦਵਾਂ ਦਾ ਹੰਕਾਰ ਪੈਦਾ ਤੋੜਨ ਲਈ ਪੈਦਾ ਕੀਤਾ ਸੀ, ਹੋਰ ਕਿਸੇ ਕੰਮ ਲਈ ਨਹੀਂ ਸੀ। ਹਾਂਜੀ, ਚੌਪਈ ਜਾਦਵ ਕੁਲ ਤੇ ਗਰਭ ਨਾ ਗਇਓ। ਪਰ ਕ੍ਰਿਸ਼ਨ ਜੀ ਕਹਿੰਦੇ, हे ਭਰਾ ਜੀ, ਜਾਦਵਾਂ ਦੀ ਕੋਲ ਚੋਂ ਹੰਕਾਰ ਅਜੇ ਵੀ ਨਹੀਂ ਗਿਆ। ਕਹਿੰਦੇ ਆਕੜ ਅਜੇ ਵੀ ਬਣੀ ਇਹਨਾਂ ਦੀ, ਅਜੇ ਕਿਹੜਾ ਖਤਮ ਹੋ ਗਈ ਹੈ? ਕਹਿੰਦਾ ਹਾਂਜੀ, ਇਨਕੇ ਨਾਸ ਹੇਤ ਰਿਖ ਭਇਓ। ਕੋਈ ਗੱਲ ਨਹੀਂ, ਇਹਨਾਂ ਦਾ ਨਾਸ ਕਰਨ ਲਈ ਦੁਰਵਾਸਾ ਰਿਸ਼ੀ ਪੈਦਾ ਹੋ ਗਿਆ।
ਉਹ ਇਹਨਾਂ ਨੂੰ ਮਾਰੇਗਾ, ਉਹ ਇਹਨਾਂ ਨੂੰ ਖਤਮ ਕਰੇਗਾ। ਕਹਿੰਦੇ ਹਾਂਜੀ, ਦੁਖ ਕੈ ਸ਼ਰਾਪ ਮਨੀਸ਼ਵਰ ਦੈ ਹੈ। ਆਉਣ ਵਾਲਾ ਸਮਾਂ ਕ੍ਰਿਸ਼ਨ ਜੀ ਦੱਸ ਰਹੇ, ਕਹਿੰਦੇ ਕਿ ਸਮਾਂ ਆਏਗਾ ਜਦੋਂ ਇਹਨਾਂ ਨੂੰ ਦੁਰਵਾਸਾ ਰਿਸ਼ੀ ਸ਼ਰਾਪ ਦੇਵੇਗਾ। ਹਾਂਜੀ, ਇੱਕ ਸਮੇਂ ਸਭੀ ਕੋ ਛੈ ਹੈ, ਸਾਰੇ ਮਰ ਜਾਣ। ਰਾਣੀ ਚਾਹੁੰਦਾ ਨਾ, ਦੁਰਵਾਸਾ ਸਿਉ ਕਰਤ ਠਗੋਰੀ ਜਾਦਵ ਇਹ ਫਲ ਪਾਏ। ਦੁਰਵਾਸਾ ਦੇ ਨਾਲ ਮਜ਼ਾਕ ਕੀਤਾ ਜਾਦਵਾਂ ਦੇ ਮੁੰਡਿਆਂ ਨੇ। ਕ੍ਰਿਸ਼ਨ ਦੇ ਪੋਤਰੇ ਦੇ ਉਦਮਨ ਦੇ ਪੇਟ ਤੇ ਬਾਟੀ ਬੰਨ ਲਈ, ਕੁੜੀਆਂ ਵਾਲੇ ਪਾ ਲਏ ਕੱਪੜੇ, ਉਹਨੂੰ ਗੁੱਤ-ਗੱਤ ਕਰਕੇ ਕੁੜੀ ਬਣਾ ਕੇ ਵਿਆਹੀ ਹੋਈ ਤੇ ਨਾਲ ਦੂਜੇ ਮੁੰਡੇ 5, 10, 20, 50 ਜਿੰਨੇ ਜਾਦਵ ਸੀਗੇ ਟਿਚਰਬਾਜੀ ਕਰਨ ਲਈ। ਦੁਰਵਾਸਾ ਤਪ ਕਰ ਰਿਹਾ ਸੀ, ਉਹਦੇ ਕੋਲ ਚਲੇ ਗਏ। ਦੁਰਵਾਸਾ ਕ੍ਰਿਸ਼ਨ ਜੀ ਦਾ ਗੁਰੂ ਸੀਗਾ ਤੇ ਉੱਥੇ ਨੇੜੇ ਹੀ ਤਪ ਕਰਦਾ ਸੀ। ਉਹਦੇ ਜੰਗਲ 'ਚ ਜਾ ਕੇ ਉਹਨੂੰ ਜਾ ਕੇ ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਜੀ, ਰਿਸ਼ੀ ਜੀ, ਇੱਕ ਬੇਨਤੀ ਹੈ, ਗੱਲ ਪੁੱਛਣੀ ਚਾਹੁੰਦੇ। ਉਹ ਕਹਿੰਦੇ ਦੱਸੋ ਕੀ ਪੁੱਛਣਾ। ਕਹਿੰਦੇ ਆ ਲੜਕੀ ਨਾ, ਇਹਦੇ ਬੱਚਾ ਹੋਣ ਵਾਲਾ ਪੇਟ ਵਿੱਚ, ਇਹ ਦੱਸੋ ਮੁੰਡਾ ਹੋਏਗਾ ਕੁੜੀ ਹੋਏਗੀ। ਉਹ ਸਮਝ ਗਿਆ ਵੀ ਇਹ ਮੈਨੂੰ ਟੀਚਰ ਕਰਨਾ ਹੈ। ਕਹਿੰਦਾ ਇਹਦੇ ਪੇਟ ਤੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੇਗਾ। ਸਾਰੀ ਕੁਲ ਨੂੰ ਨਾਸ਼ ਕਰਨ ਦਾ ਦੁਰਵਾਸੇ ਨੇ ਬਚਨ ਕਰਤਾ। ਡਰ ਗਏ, ਵਾਪਸ ਕ੍ਰਿਸ਼ਨ ਜੀ ਕੋਲ ਆਏ, ਕਹਿਣ ਲੱਗੇ ਮਹਾਰਾਜ ਵੀ ਏਦਾਂ ਦਾ ਬਚਨ ਹੋਇਆ ਸਾਡੇ ਕੋਲ, ਅਸੀਂ ਤਾਂ ਬਚਪਨਾ ਕੀਤਾ ਪਰ ਉਧਰੋਂ ਸ਼ਰਾਬ ਬੜਾ ਡਾਢਾ ਮਿਲ ਗਿਆ। ਉਹ ਕਹਿੰਦੇ ਫਿਰ ਸੰਤਾਂ ਨਾਲ ਮਸ਼ਕਰੀ ਥੋੜਾ ਕਰੀਦੀ। ਸੰਤਨ ਸੇਤੀ ਮਸ਼ਕਰੀ ਹੈ ਡੂਬਣ ਕੇ ਕਾਮ। ਸੰਤਾਂ ਨਾਲ ਮਸ਼ਕਰੀ ਕਰਨੀ ਡੁੱਬਣ ਦੇ ਕੰਮ, ਮਾੜਾ ਕੰਮ ਹੈ। ਸਾਧੂ ਸੰਤ ਪਰਮੇਸ਼ਰ ਦਾ ਰੂਪ ਹੁੰਦੇ, ਕਦੀ ਟਿਚਰਬਾਜੀ ਨਾ ਕਰੋ, ਕਦੀ ਉਹਨਾਂ ਦੀ ਨਿਰਾਦਰੀ ਨਾ ਕਰੋ। ਤੁਸੀਂ ਗਲਤੀ ਕੀਤੀ, ਬਹੁਤ ਵੱਡੀ ਗਲਤੀ ਕੀਤੀ। ਤੇ ਏਦਾਂ ਵੀ ਹੁਣ ਬਾਟੀ ਖੋਲੋ ਇਹਦੇ ਪੇਟ ਤੋਂ। ਉਹ ਪੇਟ ਤੋਂ ਬਾਟੀ ਖੋਲੀ, ਉਹਦੇ ਵਿੱਚੋਂ ਲੋਹੇ ਦਾ ਮੂਸਲ ਨਿਕਲਿਆ, ਐਡਾ ਸਾਰਾ ਲੋਹਾ ਹੀ ਲੋਹਾ, ਜਿਵੇਂ ਕੋਈ ਲੋਹੇ ਦਾ ਕੋਈ ਲੱਠ ਹੋਵੇ, ਇਹੋ ਜਿਹੀ ਕੋਈ ਚੀਜ਼ ਨਿਕਲੀ, ਲੋਹਾ ਨਿਕਲਿਆ। ਕਹਿੰਦੇ ਇਹ ਕੀ ਹੈ? ਕਹਿੰਦੇ ਬਸ ਇਹੀ ਹੈ, ਇਹਨੂੰ ਖਤਮ ਕਰ ਦਿਓ ਜੇ ਬਚਣਾ ਤਾਂ। ਉਹਨੇ ਖਤਮ ਕਰਨਾ ਕਿਵੇਂ ਸੀ? ਲੋਹੇ ਨੂੰ ਖਤਮ ਕਰਨ ਦਾ ਤਰੀਕਾ ਘਸਾ ਦਿਓ। ਉਹ ਪੱਥਰ ਦੇ ਉੱਤੇ ਰਗੜਨ ਲੱਗ ਪਏ, ਜਿਉਂ ਲੱਗੇ ਨਦੀ ਦੇ ਕੰਢੇ ਤੇ ਜਮਨਾ ਦੇ ਰਗੜਨ। ਉਹ ਰਗੜੀ ਜਾਣ ਰਗੜੀ ਜਾਣ ਰਗੜੀ ਜਾਣ, ਉਹ ਰਗੜ ਕੇ ਪੱਥਰ ਦੇ ਉੱਤੇ ਲੋਹਾ ਤਾਂ ਖਤਮ ਹੁੰਦਾ ਗਿਆ। ਉਹ ਇੰਨੀ ਸਾਰੀ ਸੂਈ ਜੀ ਰਹਿ ਗਈ, ਉਹ ਸੂਈ ਜੀ ਰਹਿ ਗਈ ਛੋਟੀ ਜੀ, ਤੇ ਉਹ ਹੱਥੋਂ ਨਿਕਲ ਗਈ। ਹੱਥੋਂ ਨਿਕਲ ਗਈ, ਉਹ ਪੇਟ ਵਿੱਚ ਮੱਛੀ ਕੋਈ ਫਿਰਦੀ ਸੀ, ਮੂੰਹ 'ਚ ਲੰਘ ਗਈ, ਮੱਛੀ ਦੇ ਪੇਟ ਵਿੱਚ ਚਲੀ ਗਈ। ਉਹ ਮੱਛੀ ਦੂਜੇ ਦਿਨ ਹੀ ਸ਼ਿਕਾਰੀ ਨੇ, ਜਿਹੜੇ ਉਹ ਜਾਲ ਪਾਉਂਦੇ ਆ, ਉਹਨਾਂ ਨੇ ਫੜ ਲਈ। ਉਹਦਾ ਨਾਂ ਸੀ ਫੰਦਕ। ਫੰਦਕ ਸ਼ਿਕਾਰੀ, ਬੱਦਕ ਵੀ ਲਿਖਿਆ ਬਾਣੀ 'ਚ। ਉਹ ਬੱਦਕ ਨੇ ਫੜ ਲਈ ਮੱਛੀ। ਮੱਛੀ ਜਦੋਂ ਪੇਟ ਪਾੜ ਕੇ, ਉਹਨੇ ਮੱਛੀ ਤਾਂ ਖਾਣੀ ਸੀਗੀ, ਮੱਛੀ ਖਾ ਲਈ, ਉਹਦੇ ਪੇਟ 'ਚੋਂ ਜਿਹੜੀ ਉਹ ਨਿਕਲੀ, ਉਹਨੇ ਆਖਿਆ ਵੀ ਇਹ ਫੱਜਰ ਦੀ ਕੀ ਕਰਨੀ ਹੈ, ਇਹਦਾ ਤੀਰ ਬਣਾ ਲੈਣੇ। ਬੜੀ ਸਾਫ਼ ਤਿੱਖੀ ਕੀਤੀ ਹੋਈ ਸੀ ਉਹਨੇ ਆਪਣੇ ਤੀਰ ਦੇ ਅੱਗੇ ਲਾ ਲਈ। ਉਹ ਤੀਰ ਤਿਆਰ ਕਰਕੇ ਉਹਨੇ ਆਪਣੇ ਪੱਥੇ 'ਚ ਪਾ ਲਿਆ। ਇੱਧਰ ਇਹ ਜਿਹੜੇ ਜਾਦਵ ਸੀਗੇ, ਇਹ ਸ਼ਰਾਬ ਸ਼ਰੂਬ ਪੀ ਕੇ ਨਾ, ਤੇ ਉਹ ਨਦੀ ਦੇ ਕੰਢੇ ਤੇ ਹੀ ਉੱਥੇ ਸ਼ਸਤਰ ਵਸਤਰ ਪਹਿਨੇ ਹੋਏ, ਸ਼ਿਕਾਰ ਸ਼ਕੂਰ ਖੇਡਦੇ ਹੋਏ ਕੋਈ ਪ੍ਰੋਗਰਾਮ ਕਰਨ ਲੱਗ ਪਏ ਖਾਣ ਪੀਣ ਦਾ। ਸ਼ਰਾਬ ਪੀ ਕੇ ਸਾਰੇ ਆਪਸ 'ਚ ਲੜ ਅੰਨੇ ਹੋ ਗਏ। ਸ਼ਰਾਬ ਦਾ ਨਸ਼ਾ ਇਹੋ ਜਿਹਾ ਬੁਰਾ, ਬੁੱਧੀ ਭ੍ਰਿਸ਼ਟੀ ਕਰ ਦਿੰਦਾ, ਪਤਾ ਹੀ ਨਹੀਂ ਰਹਿੰਦਾ ਆਪਣੇ ਬਗਾਨੇ ਦਾ। ਤਲਵਾਰਾਂ ਚੱਲ ਗਈਆਂ, ਸਾਰੇ ਆਪਸ 'ਚ ਵੱਢ ਕੇ, ਭਰਾਵਾਂ ਨੂੰ ਭਰਾਵਾਂ ਨੇ ਮਾਰਤਾ, ਪੁੱਤਾਂ ਨੂੰ ਪਿਓਾਂ ਨੇ ਮਾਰਤਾ, ਚਾਚੇ ਭਤੀਜੇ ਸਾਰੇ ਜਾਦਵ ਮਰ ਗਏ। ਜਦੋਂ ਜਾਦਵਾਂ ਦੇ ਮਰਨ ਦੀ ਖਬਰ ਆਈ ਕ੍ਰਿਸ਼ਨ ਜੀ ਨੂੰ, ਸਾਰਾ ਕੁਝ ਉਜੜ ਗਿਆ। ਕ੍ਰਿਸ਼ਨ ਜੀ ਮਹਾਰਾਜ ਬੜੇ ਉਦਾਸ। ਅਗਰ ਪਰਿਵਾਰ ਮਰ ਜਾਵੇ, ਪੁੱਤਰ ਪੋਤੇ ਮਰ ਜਾਣ, ਤੇ ਬੰਦਾ ਦੁਖੀ ਤਾਂ ਹੁੰਦਾ ਹੀ ਹੈ। ਉਹ ਲੀਲਾ ਸੀ ਨਾਲੇ ਭਗਵਾਨ ਦੀ। ਭਗਵਾਨ ਕ੍ਰਿਸ਼ਨ ਜੀ ਉਸ ਉਦਾਸੀ ਵਿੱਚ ਜਾ ਕੇ ਰਾਜ ਭਾਗ ਛੱਡ ਕੇ, ਪ੍ਰਭਾਸ ਖੇਤਰ ਹੈ, ਇੱਕ ਤੀਰਥ ਹੈ, ਉਸ ਪ੍ਰਭਾਸ ਖੇਤਰ ਦੇ ਵਿੱਚ ਜਾ ਕੇ ਜੰਗਲ 'ਚ ਇੱਕ ਦਰਖਤ ਥੱਲੇ ਲੰਮੇ ਪੈ ਗਏ। ਉਦਾਸੀ ਵਿੱਚ ਜਿਵੇਂ ਬੰਦਾ ਪੈਂਦਾ ਨਾ, ਮਹਾਰਾਜ ਜੀ ਆਪਣੇ ਚਰਨਾਂ ਦਾ ਸੱਜਾ ਪੈਰ ਸੀਗਾ ਉਹ ਖੱਬੇ ਗੋਡੇ 'ਚ ਰੱਖ ਕੇ ਪਏ ਆ, ਤੇ ਚਰਨਾਂ ਦੇ ਵਿੱਚ ਸੀਗਾ ਉਹ ਪਦਮ ਸੀਗਾ, ਉਹ ਚਮਕ ਮਾਰਦਾ ਸੀ, ਦੂਰੋਂ ਲਿਸ਼ਕਦਾ ਸੀਗਾ। ਤੇ ਉਧਰੋਂ ਉਹੀ ਜਿਹੜਾ ਸ਼ਿਕਾਰੀ ਜਿਹਦੇ ਕੋਲ ਉਹ ਫੱਚਰ ਦਾ ਬਣਿਆ ਤੀਰ ਸੀਗਾ, ਉਹ ਲੈ ਕੇ ਆ ਗਿਆ। ਤੇ ਉਹਨੇ ਕਹਿੰਦੇ ਬਈ, ਉਹ ਵੇਖਿਆ ਦੂਰੋਂ ਵੀ, ਉਹਨੇ ਸਮਝਿਆ ਵੀ ਕਾਲਾ ਹਿਰਨ ਸੁੱਤਾ ਪਿਆ। ਕ੍ਰਿਸ਼ਨ ਜੀ ਦਾ ਰੰਗ ਕਾਲਾ ਸੀ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ।
भाई गुरदास जी ने अपनी 12 ਦੇ ਵਿੱਚ कथा लिखी है कि जाए सुता प्रभास विच गोडे उत्ते पाए पसारे। भगवान जी गोडे ते पैर धर के सुते ने ते बदक आया भालदा मिल गया जान बाण लै मार। शिकारी वो तीर लैके शिकार लभदा आया, उन्हें समझा हिरण सुता ने तीर चला। चरना दे विच तीर वजा भगवान जी दे चरना च तीर चीरदा होया हड्डी नूं चीर के गोडे थाणी पार लंघ गया। सारी लत्त जिहड़ी है खून नाल लथपथ ते जदों इदां परसेटे मारदे पीड़ बड़ी हुंदी, कृष्ण जी दे प्राण निकल रहे हैं ते उन्हें वो शिकारी उत्थे पहुंच गया। उन्हें जाके देखिया, कहने लगा मेरे तो बड़ा पाप हो गया, रोन लग पिया ताहां मार के, महाराज तुसी सुते सी, मैं तो हिरण समझ के मारिया सी। वो कहने लगे कोई गल नहीं, तेरा मेरा लेखा सी, पिछले जन्म च तू बाली सी, मैं राम सी, मैं तेनों लुक के तीर मारिया सी, अज तू तीर मार के बदला ले लिया, काम अपना निबड़ गया, हुण मेरा सचखंड जाण दा समा, ये शरीर मैं त्यागना ही सीगा। महाराज कृष्ण जी का इस तरह अंत होया सीगा उस तीर दे नाल। तो भगवान जी पहले ही दस रहे ने बलराम नूं, कहंदे इन्हां दा हंकार खड़ग सिंह ने तोड़िया तो बहुत है पर पूरा नहीं टुटा। कहंदे हुण ये टुटेगा उदों जदों ये दुर्भाषा ऋषि इन्हां नूं शराब देवेगा, फिर शराब पी के आपस च लड़नगे मरनगे ते मेरी भी मौत उहदे नाल होवेगी, फिर इन्हां दा हंकार टुटे।